प्यारे बच्चों, इस वीडियो राਹੀਂ ਅਸੀਂ ਭਾਰਤ ਦੇ ਗੁਆਂਢੀ ਦੇਸ਼ਾਂ ਬਾਰੇ ਸੌਖੇ ਤਰੀਕੇ ਨਾਲ ਕਰਾਂਗੇ ਤਾਂ ਜੋ ਤੁਹਾਨੂੰ ਭਾਰਤ ਦੇ ਗੁਆਂਢੀ ਦੇਸ਼ਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਭਾਰਤ ਦੇ ਗੁਆਂਢੀ ਦੇਸ਼ ਕਿਹੜੇ-ਕਿਹੜੇ ਹਨ ਤੇ ਤੁਸੀਂ ਕਦੇ ਵੀ ਨਾ ਭੁੱਲੋਗੇ। ਤਾਂ ਜਿਵੇਂ ਕਿ ਅਸੀਂ ਜੇ ਗੱਲ ਕਰੀਏ ਪੂਰਵ ਕਾਲ ਵਿੱਚ ਜੋ ਭਾਰਤ ਦੀ ਸਥਿਤੀ, ਜਿਹੜੇ ਦੇਸ਼ ਅੱਜ ਭਾਰਤ ਦੇ ਗੁਆਂਢੀ ਦੇਸ਼ ਬਣੇ ਹੋਏ ਹਨ ਉਹ ਦੇਸ਼ ਪੂਰਵ ਕਾਲ ਵਿੱਚ ਭਾਰਤੀ ਉਪ ਮਹਾਂਦੀਪ ਦਾ ਹਿੱਸਾ ਸਨ, ਕਿਉਂਕਿ ਪੂਰਵ ਕਾਲ ਵਿੱਚ ਭਾਰਤ ਨੂੰ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਤਾਂ ਕਰਕੇ ਜਿਹੜੇ ਅੱਜ ਗੁਆਂਢੀ ਦੇਸ਼ ਹਨ ਉਹ ਭਾਰਤ ਦਾ ਪੂਰਵ ਕਾਲ ਵਿੱਚ ਹਿੱਸਾ ਸਨ, ਜਿਵੇਂ ਕਿ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਭਾਰਤ ਆਪ। ਇਹਨਾਂ 6 ਦੇਸ਼ਾਂ ਨੂੰ ਮਿਲਾ ਕੇ ਪਹਿਲਾਂ ਪੂਰਾ ਹਿੰਦੁਸਤਾਨ ਬਣਦਾ ਸੀ ਪੂਰਵ ਕਾਲ ਦੇ ਵਿੱਚ। ਮੱਧਕਾਲ ਦਾ ਸਮਾਂ ਰਿਹਾ ਹੈ ਉਹ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਸ਼ੁਰੂਆਤੀ ਸਮੇਂ ਤੱਕ ਰਿਹਾ ਹੈ। ਤਾਂ ਉਦੋਂ ਭਾਰਤ ਨੂੰ ਭਾਰਤੀ ਉਪ ਮਹਾਂਦੀਪ ਦਾ ਜੋ ਹਿੱਸਾ ਸਨ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਹਿੰਦੁਸਤਾਨ ਭਾਰਤ ਆਪ, ਇਹ ਸਾਰੇ 6 ਦੇ 6 ਦੇਸ਼ ਜੁੜ ਕੇ ਭਾਰਤੀ ਉਪ ਮਹਾਂਦੀਪ ਹਿੰਦੁਸਤਾਨ ਜਾਂ ਕਹਿ ਲਓ ਭਾਰਤ ਵਰਸ਼ ਬਣਦਾ ਸੀ। ਇਹ ਪਹਿਲਾਂ ਭਾਰਤ ਦਾ ਕਦੇ ਹਿੱਸਾ ਹੁੰਦੇ ਸਨ, ਪਰ ਹੁਣ ਇਹ ਦੇਸ਼ ਭਾਰਤ ਦੇ ਗੁਆਂਢੀ ਦੇਸ਼ ਬਣ ਚੁੱਕੇ ਹਨ। ਲਗਭਗ ਇਹ 5 ਕਿਉਂਕਿ 5 ਦੇਸ਼ ਇਹ ਭਾਰਤ ਦੇ ਗੁਆਂਢੀ ਦੇਸ਼ ਬਣ ਗਏ ਹਨ ਅਤੇ 6ਵਾਂ ਭਾਰਤ ਆਪ ਇੱਕ ਦੇਸ਼ ਹੈ। ਇਸ ਤਰ੍ਹਾਂ ਇਹ ਭਾਰਤ ਦੀ ਜੋ ਸਥਿਤੀ ਸੀ ਇਹ ਪੂਰਵ ਕਾਲ ਦੇ ਵਿੱਚ ਸੀ, ਜਦੋਂ ਭਾਰਤ ਨੂੰ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਤਾਂ ਅਸੀਂ ਹੁਣ ਅੱਜ ਕਰਾਂਗੇ ਭਾਰਤ ਦੇ ਗੁਆਂਢੀ ਦੇਸ਼। ਇਹ ਮੈਂ ਤੁਹਾਨੂੰ ਤਾਂ ਦੱਸਿਆ ਤਾਂ ਜੋ ਤੁਹਾਨੂੰ ਜੋ ਭਾਰਤ ਦੀ ਪਹਿਲਾਂ ਪੂਰਵ ਕਾਲ ਦੇ ਵਿੱਚ ਸਥਿਤੀ ਸੀ ਤੁਹਾਨੂੰ ਉਹ ਵੀ ਚੰਗੀ ਤਰ੍ਹਾਂ ਸਮਝ ਆ ਸਕੇ ਕਿ ਜੋ ਅੱਜ ਭਾਰਤ ਦੇ ਗੁਆਂਢੀ ਦੇਸ਼ ਹਨ ਇਹ ਕਦੇ ਭਾਰਤ ਦਾ ਹਿੱਸਾ ਸਨ। ਇਹ ਵੀ ਤੁਸੀਂ ਯਾਦ ਕਰ ਸਕਦੇ ਹੋ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ ਅਤੇ ਬੰਗਲਾਦੇਸ਼। ਭਾਰਤ ਖੁਦ ਇਹ 6 ਦੇ 6 ਦੇਸ਼ ਮਿਲ ਕੇ ਭਾਰਤੀ ਉਪ ਮਹਾਂਦੀਪ ਹਿੰਦੁਸਤਾਨ ਦਾ ਨਿਰਮਾਣ ਕਰਦੇ ਸਨ। ਭਾਰਤ ਦੇ ਗੁਆਂਢੀ ਦੇਸ਼, ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਵੀ ਪੂਰਵ ਕਾਲ ਵਿੱਚ 6 ਦੇਸ਼ ਭਾਰਤ ਨੂੰ ਵਿੱਚ ਮਿਲਾ ਕੇ ਇਹ 6 ਦੇਸ਼ ਭਾਰਤੀ ਉਪ ਮਹਾਂਦੀਪ ਦਾ ਨਿਰਮਾਣ ਕਰਦੇ ਸਨ। ਤਾਂ ਉਹਨਾਂ ਦੇ ਵਿੱਚੋਂ 5 ਦੇਸ਼ ਤਾਂ ਉਹੀ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਇਹੋ ਹੀ 5 ਦੇਸ਼ ਤਾਂ ਉਹ ਵੀ ਪਹਿਲਾਂ ਵਾਲੇ ਭਾਰਤ ਦੇ ਗੁਆਂਢੀ ਦੇਸ਼ ਬਣ ਗਏ ਹਨ। ਅਤੇ 2 ਦੇਸ਼ ਚਾਈਨਾ ਅਤੇ ਮਿਆਂਮਾਰ, ਇਹ ਭਾਰਤ ਦੇ 2 ਗੁਆਂਢੀ ਦੇਸ਼ ਹੋਰ ਹਨ। ਹੁਣ ਅਸੀਂ ਇਹਨਾਂ ਨੂੰ ਯਾਦ ਕਿਵੇਂ ਕਰਨਾ ਹੈ ਉਹ ਚੰਗੀ ਤਰ੍ਹਾਂ ਕਰਾਂਗੇ। ਸਭ ਤੋਂ ਪਹਿਲਾਂ ਜੇ ਯਾਦ ਕਰਨਾ ਹੈ ਇਹਨਾਂ ਦਾ ਜੋ ਹਰੇਕ ਦੇਸ਼ ਦਾ ਪਹਿਲਾ ਸ਼ਬਦ ਹੈ, ਪਹਿਲਾ ਜੇ ਬੰਗਲਾਦੇਸ਼ ਦਾ ਬੱਬਾ, ਚੀਨ ਦਾ ਚੱਚਾ, ਪਾਕਿਸਤਾਨ ਦਾ ਪੱਪਾ, ਨੇਪਾਲ ਦਾ ਨੰਨਾ। ਜੇ ਅਸੀਂ ਪਹਿਲੇ ਅੱਖਰ ਲੈ ਲੈਂਦੇ ਹਾਂ ਤਾਂ ਇਹਨਾਂ ਤੋਂ ਬਣ ਜਾਂਦਾ ਹੈ ਬਚਪਨ। ਬੰਗਲਾਦੇਸ਼ ਦਾ ਬੱਬਾ, ਚੀਨ ਦਾ ਚੱਚਾ, ਪਾਕਿਸਤਾਨ ਦਾ ਪੱਪਾ ਅਤੇ ਨੇਪਾਲ ਦਾ ਨੰਨਾ, ਇਸ ਤੋਂ ਬਣ ਜਾਂਦਾ ਹੈ ਸਾਡਾ ਬਚਪਨ। ਪੰਜਾਬੀ ਵਿੱਚ ਵੀ ਅਤੇ ਇੰਗਲਿਸ਼ ਵਿੱਚ ਵੀ ਤੁਸੀਂ ਮਤਲਬ ਬਚਪਨ। ਤਾਂ ਬਚਪਨ ਤੋਂ ਤੁਸੀਂ ਯਾਦ ਕਰ ਸਕਦੇ ਹੋ ਬਚਪਨ। ਅਤੇ ਅੱਗੇ ਬਣਾਇਆ ਗਾ ਬਚਪਨ ਮੈਂ BA, ਮਤਲਬ ਕੋਈ ਬੱਚਾ ਬਹੁਤ ਇੰਟੈਲੀਜੈਂਟ ਹੈ, ਬਹੁਤ ਹੁਸ਼ਿਆਰ ਬੱਚਾ ਹੈ, ਹਜੇ ਛੋਟਾ ਹੈ, ਪਰ ਉਹ ਬਚਪਨ ਦੇ ਵਿੱਚ ਹੀ BA ਕਰ ਗਿਆ। ਭਾਵ ਉਸ ਦੇ ਲਈ ਜੋ BA ਦੀ ਪੜ੍ਹਾਈ ਸੀ ਉਸ ਨੂੰ ਕੋਈ ਜ਼ਿਆਦਾ ਔਖੀ ਨਹੀਂ ਲੱਗੀ, ਉਹ ਬਚਪਨ ਦੇ ਵਿੱਚ ਹੀ BA ਕਰ ਗਿਆ। ਤਾਂ ਇਸ ਦਾ ਜੋ ਪਹਿਲਾ ਸ਼ਬਦ ਹੈ ਤੁਸੀਂ ਇਸ ਤੋਂ ਹੀ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਯਾਦ ਕਰ ਸਕਦੇ ਹੋ, ਬਚਪਨ ਮੈਂ BA। ਤਾਂ ਆਪਣੇ ਆਪ ਵਿੱਚ ਹੀ ਹਰੇਕ ਦੇਸ਼ ਦਾ ਇੱਕ ਸ਼ਬਦ ਆ ਜਾਂਦਾ ਹੈ। ਬੱਬੇ 'ਤੇ ਬਣ ਗਿਆ ਬੰਗਲਾਦੇਸ਼। ਨਾਲੇ ਇੱਕ ਗੱਲ ਹੋਰ, ਬਚਪਨ ਸ਼ਬਦ ਯਾਦ ਕਰਨ ਦੇ ਨਾਲ ਤੁਹਾਨੂੰ ਜੋ ਇਹਨਾਂ ਦੀ ਤਰਤੀਬ ਹੈ ਕਿ ਭਾਰਤ ਦੇ ਨਾਲ ਸਭ ਤੋਂ ਵੱਧ
ਕਿਸ ਦੇਸ਼ ਦੀ ਹੱਦ ਲੱਗਦੀ ਹੈ, ਉਹ ਵੀ ਨਾਲ ਇਸ ਦੇ ਵਿੱਚ ਹੀ ਕਲੀਅਰ ਹੋ ਜਾਵੇਗਾ। ਤੁਹਾਨੂੰ ਕੋਈ ਵੱਖਰੇ ਤੌਰ 'ਤੇ ਯਾਦ ਨਹੀਂ ਕਰਨਾ ਪਵੇਗਾ, ਮਤਲਬ ਤੁਹਾਨੂੰ ਕੋਈ ਯਾਦ ਨਹੀਂ ਕਰਨਾ ਪਵੇਗਾ ਵੀ ਵੱਧ ਬੰਗਲਾਦੇਸ਼ ਦੀ ਲੱਗਦੀ ਹੈ, ਭੂਟਾਨ ਦੀ ਲੱਗਦੀ ਹੈ। ਤੁਸੀਂ ਸ਼ਬਦ ਯਾਦ ਕਰ ਲਓ, ਬਚਪਨ ਮੈਂ BA। ਤਾਂ ਬਚਪਨ ਪਹਿਲਾ ਬੱਬਾ, ਬੰਗਲਾਦੇਸ਼ ਸਭ ਤੋਂ ਵੱਧ ਹੱਦ ਲੱਗਦੀ ਹੈ 4096 ਕਿਲੋਮੀਟਰ। ਜੋ ਮੈਂ ਇਹ ਲੰਬਾਈ ਲੈਤੀ ਹੈ ਕਿਲੋਮੀਟਰਾਂ ਵਿੱਚ, ਇਹ ਪੰਜਾਬ ਬੋਰਡ ਸਕੂਲ ਸਿੱਖਿਆ ਬੋਰਡ ਦੀ ਜੋ 9ਵੀਂ ਕਲਾਸ ਦੀ ਜੋ ਪਹਿਲਾ ਭਾਗ ਵਿਸ਼ਾ ਭੂਗੋਲ ਦੇ ਵਿੱਚੋਂ ਮੈਂ ਇਹ ਅੰਕੜੇ ਲਏ ਹਨ। ਜੋ ਇਹ ਲੰਬਾਈ ਦੇ ਸਰਹੰਦ ਦੇ ਕਿੰਨੀ ਲੱਗਦੀ ਹੈ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜੋ 9ਵੀਂ ਕਲਾਸ ਦੀ ਬੁੱਕ ਹੈ ਭੂਗੋਲ ਦੀ, ਉਸ ਦੇ ਵਿੱਚੋਂ ਮੈਂ ਇਹ ਅੰਕੜੇ ਲਏ ਹਨ। ਤਾਂ ਜੋ ਬੰਗਲਾਦੇਸ਼ ਹੈ ਉਸ ਦੀ ਸਭ ਤੋਂ ਜ਼ਿਆਦਾ ਹੱਦ ਲੱਗਦੀ ਹੈ 4096 ਕਿਲੋਮੀਟਰ। ਫਿਰ ਬਚਪਨ ਦਾ ਚੱਚਾ ਆ ਜਾਂਦਾ ਚੀਨ। ਜੋ ਚੀਨ ਹੈ ਉਸ ਦੇ ਨਾਲ ਸਾਡੀ ਦੂਜੇ ਨੰਬਰ 'ਤੇ ਹੱਦ ਲੱਗਦੀ ਹੈ 3917 ਕਿਲੋਮੀਟਰ। ਫਿਰ ਪੱਪਾ ਪਾਕਿਸਤਾਨ ਦੇ ਨਾਲ ਸਾਡੀ ਹੱਦ ਲੱਗਦੀ ਹੈ 3310। ਕਈ ਬੱਚਿਆਂ ਦੇ ਮਨ 'ਚ ਇਹ ਕਨਫਿਊਜ਼ਨ ਹੁੰਦੀ ਹੈ ਕਿ ਪਾਕਿਸਤਾਨ ਭਾਰਤ ਦਾ ਹਿੱਸਾ ਰਿਹਾ ਵੀ ਤਾਂ ਕਰਕੇ ਜੋ ਪਾਕਿਸਤਾਨ ਹੈ ਉਸ ਦੀ ਹੱਦ ਭਾਰਤ ਨਾਲ ਸਭ ਤੋਂ ਜ਼ਿਆਦਾ ਲੱਗਦੀ ਹੋਵੇਗੀ, ਪਰ ਅਜਿਹਾ ਨਹੀਂ। ਜੋ ਬੰਗਲਾਦੇਸ਼ ਹੈ, ਕਿਉਂਕਿ ਬੰਗਲਾਦੇਸ਼ ਵੀ ਭਾਰਤ ਦਾ ਹਿੱਸਾ ਰਿਹਾ, ਤਾਂ ਜੋ ਬੰਗਲਾਦੇਸ਼ ਹੈ ਇਸ ਦੀ ਸਭ ਤੋਂ ਜ਼ਿਆਦਾ ਹੱਦ ਭਾਰਤ ਦੇ ਨਾਲ ਲੱਗਦੀ ਹੈ। ਅਤੇ ਬੱਚਿਆਂ ਦੇ ਮਨ 'ਚ ਇਹ ਵੀ ਕਈ ਵਾਰ ਕਨਫਿਊਜ਼ਨ ਰਹਿੰਦੀ ਜਦੋਂ ਭਾਰਤ ਦਾ ਨਕਸ਼ਾ ਦੇਖਦੇ ਨੇ ਕਿ ਨੇਪਾਲ ਤਾਂ ਬੜਾ ਕਿ ਚਾਈਨਾ ਤਾਂ ਬੜਾ ਉੱਪਰ ਚਲਾ ਜਾਂਦਾ, ਕਿ ਜੋ ਚਾਈਨਾ ਹੈ ਉਹ ਤਾਂ ਭਾਰਤ ਤੋਂ ਬੜਾ ਉੱਪਰ ਜਿਹਾ ਰਹਿ ਗਿਆ, ਵੀ ਤਾਂ ਕਰਕੇ ਚਾਈਨਾ ਦੀ ਹੱਦ ਭਾਰਤ ਨਾਲ ਬਹੁਤ ਘੱਟ ਲੱਗਦੀ ਹੋਵੇਗੀ। ਅਜਿਹਾ ਵੀ ਨਹੀਂ ਹੈ। ਜੋ ਚਾਈਨਾ ਹੈ, ਜੋ ਚੀਨ ਹੈ, ਉਸ ਦੀ ਹੱਦ ਭਾਰਤ ਨਾਲ ਦੂਜੇ ਨੰਬਰ 'ਤੇ ਲੱਗਦੀ ਹੈ 3917 ਕਿਲੋਮੀਟਰ। ਫਿਰ ਪਾਕਿਸਤਾਨ ਦੀ ਹੱਦ ਲੱਗਦੀ ਹੈ ਤੀਜੇ ਨੰਬਰ 'ਤੇ 3310 ਕਿਲੋਮੀਟਰ। ਫਿਰ ਬਚਪਨ ਦਾ ਨੰਨਾ ਨੇਪਾਲ ਦੀ ਲੱਗਦੀ ਆ 1752 ਕਿਲੋਮੀਟਰ। ਉਸ ਤੋਂ ਅੱਗੇ ਆ ਜਾਂਦਾ ਹੈ ਮਿਆਂਮਾਰ ਦੀ ਹੱਦ ਲੱਗਦੀ ਹੈ 1458 ਕਿਲੋਮੀਟਰ। ਫਿਰ BA ਭੂਟਾਨ 587 ਕਿਲੋਮੀਟਰ। ਫਿਰ ਅਫਗਾਨਿਸਤਾਨ ਦੀ 80 ਕਿਲੋਮੀਟਰ ਹੱਦ ਲੱਗਦੀ ਹੈ। ਇਹਨਾਂ ਵਿੱਚੋਂ ਤੁਹਾਨੂੰ ਸਾਰੇ ਇਹ ਅੰਕੜੇ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ 2 ਕਰ ਲਓ ਕਿ ਬੰਗਲਾਦੇਸ਼ ਦੀ ਸਭ ਤੋਂ ਵੱਧ ਕਿਸ ਦੀ ਲੱਗਦੀ ਹੈ ਹੱਦ, ਬੰਗਲਾਦੇਸ਼ ਦੀ 4096 ਕਿਲੋਮੀਟਰ, ਅਤੇ ਸਭ ਤੋਂ ਘੱਟ ਲੱਗਦੀ ਹੈ ਅਫਗਾਨਿਸਤਾਨ ਦੀ 80 ਕਿਲੋਮੀਟਰ, ਕਿਉਂਕਿ ਅਫਗਾਨਿਸਤਾਨ ਤਾਂ ਥੋੜ੍ਹਾ ਜਿਹਾ ਹਿੱਸਾ ਭਾਰਤ ਦੇ ਨਾਲ ਲੱਗਦਾ ਹੈ, ਅਤੇ ਤਾਂ ਕਰਕੇ ਸਭ ਤੋਂ ਘੱਟ ਜੋ ਹੱਦ ਹੈ ਉਹ ਲੱਗਦੀ ਹੈ ਅਫਗਾਨਿਸਤਾਨ ਦੀ 80 ਕਿਲੋਮੀਟਰ, ਅਤੇ ਸਭ ਤੋਂ ਵੱਧ ਲੱਗਦੀ ਹੈ ਬੰਗਲਾਦੇਸ਼ ਦੀ। ਜੋ ਬੰਗਲਾਦੇਸ਼ ਹੈ, ਜੋ ਭਾਰਤ ਦਾ ਸਾਡਾ ਇੱਕ ਸਟੇਟ ਹੈ ਤ੍ਰਿਪੁਰਾ। ਬੰਗਲਾਦੇਸ਼ ਨੇ ਤ੍ਰਿਪੁਰਾ ਨੂੰ, ਜੋ ਬੰਗਲਾਦੇਸ਼ ਨੇ ਤ੍ਰਿਪੁਰਾ ਨੂੰ 3 ਪਾਸਿਆਂ ਤੋਂ ਹੱਦ ਲੱਗਦੀ ਹੈ। ਜੋ ਬੰਗਲਾਦੇਸ਼ ਹੈ, ਜੋ ਭਾਰਤ ਦੀ ਸਟੇਟ ਹੈ ਤ੍ਰਿਪੁਰਾ, ਉਸ ਨੂੰ 3 ਪਾਸਿਆਂ ਤੋਂ ਕਹਿ ਸਕਦੇ ਹਾਂ ਬੰਗਲਾਦੇਸ਼ ਨੇ ਘੇਰਿਆ ਹੋਇਆ। ਤ੍ਰਿਪੁਰਾ ਦੀ ਹੱਦ ਬੰਗਲਾਦੇਸ਼ ਨਾਲ 3 ਪਾਸਿਆਂ ਤੋਂ ਲੱਗਦੀ ਹੈ। ਕਈ ਵਾਰ ਕੁਐਸਚਨ ਇਹ ਵੀ ਆ ਜਾਂਦਾ ਹੈ ਕਿ ਭਾਰਤ ਦਾ ਕਿਹੜਾ ਸਟੇਟ ਹੈ ਜਿਸ ਦੀ 3 ਪਾਸਿਆਂ ਤੋਂ ਬੰਗਲਾਦੇਸ਼ ਨਾਲ ਹੱਦ ਲੱਗਦੀ ਹੈ, ਉਹ ਹੈ ਤ੍ਰਿਪੁਰਾ। ਤਾਂ ਅਸੀਂ ਇਸ ਤਰ੍ਹਾਂ ਇਸ ਸੌਖੇ ਜਿਹੇ ਤਰੀਕੇ ਨਾਲ ਬਚਪਨ ਮੈਂ BA, ਕਿ ਬੱਚਾ ਜ਼ਿਆਦਾ ਇੰਟੈਲੀਜੈਂਟ ਸੀ, ਉਹ ਬਚਪਨ ਦੇ ਵਿੱਚ ਹੀ BA ਕਰ ਗਿਆ। ਤਾਂ ਨਾਲੇ ਤਾਂ ਤੁਹਾਨੂੰ ਇਸ ਦੇ ਨਾਲ ਮਤਲਬ ਜੋ ਉਹਨਾਂ ਦਾ ਆਰਡਰ ਹੈ, ਮਤਲਬ ਭਾਰਤ ਦੇ ਨਾਲ ਕਿਹੜੇ ਦੇਸ਼ ਦੀ ਹੱਦ ਵੱਧ ਲੱਗਦੀ ਹੈ, ਕਿਹਦੀ ਘੱਟ ਲੱਗਦੀ ਹੈ, ਤੁਹਾਨੂੰ ਉਸ ਚੱਕਰ ਦੇ ਵਿੱਚ ਪੈਣ ਦੀ ਲੋੜ ਨਹੀਂ। ਸਿੱਧਾ ਬਚਪਨ ਯਾਦ ਕਰੋ ਤਾਂ ਉਹਦਾ ਪਹਿਲਾ ਸ਼ਬਦ ਹੈ ਬੱਬੇ 'ਤੇ ਬੰਗਲਾਦੇਸ਼, ਚੱਚੇ 'ਤੇ ਚੀਨ, ਪੱਪੇ 'ਤੇ ਪਾਕਿਸਤਾਨ, ਨੰਨੇ 'ਤੇ ਇਸੇ ਤਰ੍ਹਾਂ ਹੀ ਫਿਰ BA ਭੂਟਾਨ, ਅਤੇ ਉਸ ਤੋਂ ਬਾਅਦ ਸਾਡਾ ਆ ਜਾਂਦਾ ਹੈ ਅਫਗਾਨਿਸਤਾਨ। ਕਈ ਵਾਰ ਜੇ ਬੱਚਿਆਂ ਨੂੰ ਇਹ ਲੱਗੇ ਵੀ ਤੁਸੀਂ ਕਹਿ ਤਾ ਬਚਪਨ ਬੱਬੇ 'ਤੇ 2 ਦੇਸ਼ ਆਉਂਦੇ ਨੇ, ਬੰਗਲਾਦੇਸ਼ ਅਤੇ ਭੂਟਾਨ। 2 ਦੇਸ਼ ਆਉਂਦੇ ਨੇ, ਬੰਗਲਾਦੇਸ਼ ਅਤੇ
ਭੂਟਾਨ। ਪਰ ਜੇਕਰ ਅਸੀਂ ਅਲਫਾਬੈਟੀਕਲ ਤੌਰ 'ਤੇ ਦੇਖੀਏ ਤਾਂ ਬੀ ਤੋਂ ਬਾਅਦ ਏ, ਇੱਥੇ ਬੀ ਤੋਂ ਬਾਅਦ ਐਚ ਆਉਂਦੀ ਹੈ। ਤਾਂ ਜੋ ਏ ਹੈ, ABC ਦੇ ਵਿੱਚ ਅਲਫਾਬੈਟੀਕਲ ਤੌਰ 'ਤੇ AH ਤੋਂ ਪਹਿਲਾਂ ਆਉਂਦੀ ਹੈ। ਤਾਂ ਇਸ ਕਨਫਿਊਜ਼ਨ ਵਿੱਚ ਵੀ ਨਹੀਂ ਪੈਣਾ ਕਿ ਪਹਿਲਾਂ ਬੰਗਲਾਦੇਸ਼ ਆਵੇਗਾ ਜਾਂ ਭੂਟਾਨ ਆਵੇਗਾ। ਤਾਂ ਬੰਗਲਾਦੇਸ਼ ਦੋਨੇ ਸ਼ਬਦ ਸ਼ੁਰੂ ਬੀ ਨਾਲ ਹੁੰਦੇ ਨੇ, ਪਰ ਉੱਥੇ ਬੰਗਲਾਦੇਸ਼ 'ਚ ਬੀ ਤੋਂ ਬਾਅਦ ਏ ਆਉਂਦੀ ਹੈ ਅਤੇ ਭੂਟਾਨ ਦੇ ਵਿੱਚ ਏ ਤੋਂ ਬਾਅਦ ਐਚ ਆਉਂਦੀ ਹੈ। ਤਾਂ ਕਰਕੇ ਏ ਪਹਿਲਾਂ ਆਉਂਦੀ ਹੈ ਅਲਫਾਬੈਟੀਕਲ ਤੌਰ 'ਤੇ, ਤਾਂ ਬੰਗਲਾਦੇਸ਼ ਪਹਿਲਾਂ ਆਵੇਗਾ। ਤਾਂ ਜੋ BA ਦਾ ਹੈ ਉੱਥੇ ਭੂਟਾਨ ਆਵੇਗਾ, ਏ 'ਤੇ ਆ ਗਿਆ ਅਫਗਾਨਿਸਤਾਨ। ਇਸ ਤਰ੍ਹਾਂ ਇਹ 7 ਦੇਸ਼ ਨੇ ਜਿਨ੍ਹਾਂ ਦੀ ਹੱਦ ਸਾਡੇ ਭਾਰਤ ਦੇ ਨਾਲ ਲੱਗਦੀ ਹੈ। ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ, ਬਚਪਨ ਮੇਂ BA। ਅਤੇ ਕਈ ਵਾਰੀ ਬੱਚੇ ਇੱਕ ਗੱਲ ਹੋਰ ਕਨਫਿਊਜ਼ ਹੋ ਜਾਂਦੇ ਨੇ ਕਿ ਸ਼੍ਰੀਲੰਕਾ, ਜੋ ਸ਼੍ਰੀਲੰਕਾ ਹੈ ਉਸ ਦੀ ਹੱਦ ਜੋ ਭਾਰਤ ਨਾਲ ਲੱਗਦੀ ਹੈ ਉਹ ਜਲ ਸੰਧੀ ਦੁਆਰਾ ਲੱਗਦੀ ਹੈ। ਜੋ ਸ਼੍ਰੀਲੰਕਾ ਹੈ ਉਸ ਦੀ ਜੋ ਭਾਰਤ ਨਾਲ ਹੱਦ ਲੱਗਦੀ ਹੈ ਉਹ ਥਲ ਸੀਮਾ ਰਾਹੀਂ ਨਹੀਂ ਲੱਗਦੀ। ਜੋ ਇਹ 7 ਦੇ 7 ਦੇਸ਼ ਅਸੀਂ ਕੀਤੇ ਨੇ, ਅਫਗਾਨਿਸਤਾਨ, ਪਾਕਿਸਤਾਨ, ਚਾਈਨਾ, ਭੂਟਾਨ, ਬੰਗਲਾਦੇਸ਼, ਮਿਆਂਮਾਰ, ਇਹਨਾਂ ਦੇਸ਼ਾਂ ਦੀ ਹੱਦ ਭਾਰਤ ਦੇ ਨਾਲ ਥਲ ਸੀਮਾ ਲੱਗਦੀ ਹੈ। ਇਹਨਾਂ ਦੀ ਭਾਰਤ ਦੇ ਨਾਲ ਥਲ ਸੀਮਾ ਲੱਗਦੀ ਹੈ। ਅਤੇ ਪਰ ਜੋ ਸ਼੍ਰੀਲੰਕਾ ਹੈ ਉਸ ਦੀ ਭਾਰਤ ਦੇ ਨਾਲ ਥਲ ਸੀਮਾ ਨਹੀਂ ਲੱਗਦੀ। ਉਹ ਭਾਰਤ ਦੇ ਨਾਲ ਇੱਕ ਪਾਕ ਜਲ ਡਮਰੂ, ਜਿਹਨੂੰ ਕਹਿਣਗਾ ਪਾਕ ਸਟੇਟ ਵੀ ਕਹਿੰਦੇ ਨੇ, ਜਾਂ ਪਾਕ ਜਲ ਡਮਰੂ ਜਾਂ ਮੀਨਾਰ ਦੀ ਖਾੜੀ। ਜੋ ਸ਼੍ਰੀਲੰਕਾ ਦੀ ਹੱਦ ਭਾਰਤ ਦੇ ਨਾਲ ਜਲ ਸੀਮਾ ਜਲ ਸੰਧੀ ਦੁਆਰਾ ਲੱਗਦੀ ਹੈ, ਮੀਨਾਰ ਦੀ ਖਾੜੀ ਜਾਂ ਪਾਕ ਜਲ ਡਮਰੂ ਦੇ ਰਾਹੀਂ ਲੱਗਦੀ ਹੈ। ਤਾਂ ਕਈ ਵਾਰ ਬੱਚਿਆਂ ਦੇ ਮਨ 'ਚ ਇਹ ਰਹਿ ਜਾਂਦਾ ਗਾ ਵੀ 8 ਭਾਰਤ ਦੇ ਗੁਆਂਢੀ ਦੇਸ਼ ਨੇ। ਜੇ ਤਾਂ ਤੁਹਾਨੂੰ ਕੁਐਸਚਨ ਆ ਜੇ ਇਕੱਲਾ ਥਲ ਸੀਮਾ ਵਾਲੇ ਤਾਂ 7 ਨੇ, ਜੇਕਰ ਆ ਜੇ ਜਲ ਸੀਮਾ ਅਤੇ ਥਲ ਸੀਮਾ ਦੋਨੇ ਲੱਗਦੀਆਂ ਨੇ ਤਾਂ 8 ਨੇ। ਤਾਂ ਜੇ ਜਲ ਸੀਮਾ ਵਾਲਾ ਆ ਜੇ ਤਾਂ ਸਾਡਾ ਸ਼੍ਰੀਲੰਕਾ ਹੈ, ਜੇ ਥਲ ਸੀਮਾ ਵਾਲਾ ਆ ਜੇ ਇਕੱਲਾ ਤਾਂ 7 ਦੇਸ਼ ਭਾਰਤ ਦੇ ਗੁਆਂਢੀ ਦੇਸ਼ ਨੇ। ਤੁਸੀਂ ਇਸ ਨੂੰ ਇੱਕ ਤਰੀਕੇ ਨਾਲ ਮਤਲਬ ਯਾਦ ਕਰ ਸਕਦੇ ਹੋ, ਬਚਪਨ ਮੇਂ BA। ਤਾਂ ਜੋ ਸ਼੍ਰੀਲੰਕਾ ਹੈ ਉਸ ਦੀ ਭਾਰਤ ਨਾਲ ਕੋਈ ਵੀ ਥਲ ਸੀਮਾ ਨਹੀਂ ਲੱਗਦੀ। ਜੋ ਇਹ 7 ਦੇਸ਼ ਅਸੀਂ ਪੜ੍ਹੇ ਨੇ ਇਹਨਾਂ ਦੀ ਭਾਰਤ ਦੇ ਨਾਲ ਥਲ ਸੀਮਾ ਲੱਗਦੀ ਹੈ। ਤਾਂ ਭਾਰਤ ਦੇ ਇਹ ਥਲ ਸੀਮਾ ਦੇ ਰਾਹੀਂ ਗੁਆਂਢੀ ਦੇਸ਼ ਹਨ, ਅਤੇ ਜੋ ਸ਼੍ਰੀਲੰਕਾ ਹੈ ਉਹ ਭਾਰਤ ਦਾ ਗੁਆਂਢੀ ਦੇਸ਼ ਜਲ ਸੀਮਾ ਦੇ ਰਾਹੀਂ ਹੈ। ਇਸ ਲਈ ਭਾਰਤ ਦੇ ਗੁਆਂਢੀ ਦੇਸ਼ 7 ਹਨ, 8 ਨਹੀਂ। ਜੇਕਰ ਥਲ ਸੀਮਾ ਅਤੇ ਜਲ ਸੀਮਾ ਦੋਨੋਂ ਆ ਜਾਣ ਤਾਂ ਫਿਰ ਸ਼੍ਰੀਲੰਕਾ ਆ ਜਾਏਗਾ, ਕਿਉਂਕਿ ਸ਼੍ਰੀਲੰਕਾ ਦੀ ਭਾਰਤ ਦੇ ਨਾਲ ਮੀਨਾਰ ਦੀ ਖਾੜੀ ਜਾਂ ਪਾਕ ਜਲ ਡਮਰੂ ਦੇ ਰਾਹੀਂ ਭਾਰਤ ਦੇ ਨਾਲ ਹੱਦ ਲੱਗਦੀ ਹੈ, ਉਹ ਵੀ ਜਲ ਸੀਮਾ ਦੇ ਰਾਹੀਂ। ਇਸ ਤਰ੍ਹਾਂ ਅਸੀਂ ਨੇ ਅੱਜ ਇਸ ਵੀਡੀਓ ਰਾਹੀਂ ਭਾਰਤ ਦੇ ਗੁਆਂਢੀ ਦੇਸ਼ਾਂ ਬਾਰੇ ਬੜੇ ਹੀ ਸੌਖੇ ਤਰੀਕੇ ਨਾਲ ਕੀਤਾ। ਬਚਪਨ ਮੇਂ BA। ਤੁਹਾਨੂੰ ਮੈਂ ਪੂਰਵ ਕਾਲ ਵਿੱਚ ਭਾਰਤ ਦੀ ਸਥਿਤੀ ਦੱਸਦਾ ਕਿ 6 ਦੇਸ਼ਾਂ ਨੂੰ ਮਿਲਾ ਕੇ ਭਾਰਤੀ ਉਪ ਮਹਾਂਦੀਪ ਦਾ ਨਿਰਮਾਣ ਹੁੰਦਾ ਸੀ। ਇਸ ਤਰ੍ਹਾਂ ਅਸੀਂ ਅੱਜ ਇਹਨਾਂ 7 ਜੋ ਥਲ ਸੀਮਾ ਦੇ ਗੁਆਂਢੀ ਨੇ ਭਾਰਤ ਦੇ, ਅਤੇ 8ਵਾਂ ਜਲ ਸੀਮਾ ਵਾਲਾ ਸ਼੍ਰੀਲੰਕਾ ਬਾਰੇ ਪੜ੍ਹਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਤੇ ਜੇਕਰ ਵਧੀਆ ਲੱਗੀ ਵੀਡੀਓ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ, ਤਾਂ ਜੋ ਉਹ ਆਪਣਾ ਚੰਗੀ ਤਰ੍ਹਾਂ ਇਹਨੂੰ ਯਾਦ ਕਰ ਸਕਣ। ਕਿਉਂਕਿ ਜੋ ਭਾਰਤ ਦੇ ਗੁਆਂਢੀ ਦੇਸ਼ ਨੇ ਇਹ ਕਿਸੇ ਵੀ ਇੱਕ ਕਲਾਸ ਦਾ ਵਿਸ਼ਾ ਨਹੀਂ, ਭਾਵ ਵੀ ਇਹ 6ਵੀਂ ਕਲਾਸ ਨੇ ਕਰਨਾ, 7ਵੀਂ ਕਲਾਸ ਨੇ ਕਰਨਾ, ਇਹ ਸਾਰੀਆਂ ਹੀ ਕਲਾਸਾਂ ਦਾ ਹੈ। ਕਿਉਂਕਿ ਇਹ 6ਵੀਂ ਕਲਾਸ ਵਿੱਚ ਵੀ ਹੈ, 9ਵੀਂ ਕਲਾਸ ਵਿੱਚ ਵੀ ਹੈ, 10ਵੀਂ ਕਲਾਸ ਵਿੱਚ ਵੀ ਹੈ। ਇਹ ਤਾਂ ਬੱਚਿਆਂ ਦੀ ਇੱਕ ਆਮ ਜਾਣਕਾਰੀ ਦੀ ਗੱਲ ਹੈ। ਇਹ ਕਿਸੇ ਕਲਾਸ ਨਾਲ ਜ਼ਿਆਦਾ ਸੰਬੰਧਿਤ ਮਤਲਬ ਇਹ ਨਹੀਂ ਹੈ ਵੀ 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਹੀ ਕਰਨਾ ਜਾਂ 10ਵੀਂ ਦੇ ਨਹੀਂ ਕਰਨਾ। ਇਹ ਸਾਰੇ ਹੀ ਵਿਦਿਆਰਥੀ ਕਰ ਸਕਦੇ ਨੇ। ਉਹਨਾਂ ਨੂੰ ਇੰਨੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਗੁਆਂਢੀ ਦੇਸ਼ ਕਿਹੜੇ ਕਿਹੜੇ ਹਨ, ਕਿਹੜੇ ਕਿਹੜੇ ਦੇਸ਼ ਥਲ ਸੀਮਾ ਰਾਹੀਂ ਹਨ ਅਤੇ ਕਿਹੜੇ ਕਿਹੜੇ ਦੇਸ਼ ਜਲ ਸੀਮਾ ਰਾਹੀਂ ਹਨ। ਧੰਨਵਾਦ।